Welcome students. Today I am here to discuss with you the various methods methods of the compensation, and in this video we are going to discuss that is what are the various kinds of the individual financial incentives and the time based system. In the previous video we have discussed the Halsey plan. Now we are going to discuss the Rowan premium plan. This is the fourth video of the chapter. The chapter we are going to discuss, that is the methods of the wage payment, types of the compensation and incentives. In the Rowan premium plan, this is the basically modification of the Halsey plan. ठीक है जी, इसਦੇ ਵਿੱਚ ਜ਼ਿਆਦਾ डिफरेंस नहीं है, इसਦੇ ਵਿੱਚ just डिफरेंस ਕੀ ਹੈ, कैलकुलेशन ਦਾ डिफरेंस है. किस दी कैलकुलेशन का डिफरेंस है, बोनस दी कैलकुलेशन का डिफरेंस है. As we have discussed in the Halsey plan, that time into hour, that is time taken into rate plus standard time into minus time taken into rate per hour, ठीक है, into 50%. इसਦੇ ਵਿੱਚ ਆਪਾਂ 50% ਕੀਤਾ ਸੀਗਾ, ਠੀਕ ਹੈ ਜੀ. ਬਟ ਇਸਦੇ ਵਿੱਚ ਕੀ ਹੋਏਗਾ ਕਿ ਜਿਹੜੀ ਤੁਸੀਂ ਬੋਨਸ ਦੀ ਕੈਲਕੂਲੇਸ਼ਨ ਕਰੋਗੇ ਬਿਲਕੁਲ ਡਿਫਰੈਂਟ ਵੇ ਦੇ ਨਾਲ ਕਰੋਗੇ. Now let's discuss how we can calculate the bonus. This is the formula, that is the total earnings is equal to time taken into rate per hour plus standard time minus time taken upon standard time into time into hour. ठीक है जी, hour means rate per hour. So in this video or in this method we can say that the bonus is calculation is totally different from the Halsey plan. And ਇਸ ਦੇ ਵਿੱਚ ਕੀ ਹੋਏਗਾ ਕਿ ਰਾਜੇ ਇਸ ਦੇ ਵਿੱਚ ਜੋ ਸਟੈਂਡਰਡ ਟਾਈਮ ਹੋਏਗਾ ਉਸ ਦਾ ਆਪਾਂ ਨੇ ਡਿਵਾਈਡ ਕਰ ਦੇਣਾ ਇਸ ਫਾਰਮੂਲੇ ਦੇ ਵਿੱਚ, ਠੀਕ ਹੈ. ਕਿਉਂਕਿ ਆਪਾਂ ਪ੍ਰੀਵੀਅਸ ਐਗਜ਼ਾਮਪਲ ਹੀ ਲੈ ਲੈਂਦੇ ਹਾਂ ਜਿਸ ਦੇ ਵਿੱਚ ਆਪਾਂ ਨੇ ਕੀ ਪੜ੍ਹਿਆ ਸੀਗਾ ਕਿ ਵਰਕਰ ਹੈ, ਠੀਕ ਹੈ, ਆਪਣੀ ਵਰਕ ਨੂੰ 8 ਘੰਟੇ ਵਿੱਚ ਕੰਪਲੀਟ ਕਰ ਰਿਹਾ. ਅਸੀਂ ਨੇ ਸਟੈਂਡਰਡ ਟਾਈਮ ਫਿਕਸ ਕੀਤਾ ਸੀਗਾ 10 ਘੰਟੇ ਦਾ, ਠੀਕ ਹੈ. ਰੇਟ ਪਰ ਆਰ ਅਸੀਂ ਕਿੰਨਾ ਫਿਕਸ ਕੀਤਾ, ₹2 ਪਰ ਆਰ, ਠੀਕ ਹੈ ਜੀ. ਤਾਂ ਹੁਣ ਇਸ ਦੇ ਅਕੋਰਡਿੰਗ ਅਗਰ ਅਸੀਂ ਦੇਖੀਏ ਤਾਂ ਸਾਡੇ ਕੋਲ ਟਾਈਮ ਟੇਕਨ ਕਿੰਨਾ ਸੀਗਾ 8, ਰੇਟ ਪਰ ਕਿੰਨਾ ਅਸੀਂ ਫਿਕਸ ਕੀਤਾ ਹੋਇਆ ₹2, ਠੀਕ ਹੈ ਜੀ. ਸਟੈਂਡਰਡ ਟਾਈਮ ਕਿੰਨਾ ਸੀ ਸਾਡਾ 10 - 8 ਡਿਵਾਈਡ ਬਾਈ 10 into time taken, that is 8 r is equal to 2, ठीक है जी. सो हुण साडे कोल की आ जाएगा 19.20 पैसे. इस दे अकॉर्डिंग ही साडे कोल जिहड़ी मतलब पेमेंट आएगी, अर्निंग्स जिहड़ियां आणगियां एज कंपैरिजन टू द Halsey plan. Halsey plan ਦੇ अकॉर्डिंग ही देखो पेमेंट सानू कितनी मिल रही है, 18 रुपीज़ दी मिल रही है. बट इस दे अकॉर्डिंग ही सानू पेमेंट कितनी मिल रही है, 19 रुपीज़ 20 पैसे, ठीक है. सो बोनस जिहड़ा होएगा कैलकुलेशन जिहड़ी होणगे बिल्कुल डिफरेंट वे दे नाल कर रहा है एंड इस ਵਿੱਚ पेमेंट भी ज़्यादा मिलेगी, ठीक है जी. सो ਇਹਦੀ ਮੈਰਿਟ ਹੋ ਜਾਏਗੀ ਕਿ ਬੋਨਸ ਦੀ ਜਿਹੜੀ ਕੈਲਕੂਲੇਸ਼ਨ ਹੋਏਗੀ ਉਹ ਡਿਫਰੈਂਟ ਵੇ ਦੇ ਨਾਲ ਹੋਏਗੀ ਤੇ ਇਹਦੇ ਨਾਲ ਪ੍ਰੋਡਕਸ਼ਨ ਜਿਹੜੀ ਹੋਏਗੀ ਆਟੋਮੈਟਿਕਲੀ ਜਿਹੜੇ ਵਰਕਰਸ ਹੋਣਗੇ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰਨਗੇ, ਜਿਹਦੇ ਨਾਲ ਸਾਡੀ ਓਵਰਹੈਡ ਐਕਸਪੈਂਸਿਸ ਜਿਹੜੇ ਹੋਣਗੇ ਸਾਡੇ ਮਤਲਬ ਜਿਹੜੇ ਖਰਚੇ ਹੋਣਗੇ ਉਹ ਰਿਡਿਊਸ ਹੋ ਜਾਣਗੇ, ਠੀਕ ਹੈ. ਇਸ ਦੇ ਵਿੱਚ ਵੀ ਕੀ ਹੁੰਦਾ ਕਿ ਮਿਨੀਮਮ ਵੇਜਸ ਦੀ ਗਰੰਟੀ ਤਾਂ ਦਿੰਦੀ ਹੀ ਦਿੰਦੀ ਹੈ ਇਹ ਮੈਥਡ ਵੀ, ਠੀਕ ਹੈ. ਬਟ ਇਹਦੇ ਵਿੱਚ ਪ੍ਰੋਡਕਸ਼ਨ ਜਿਹੜੀ ਅਗਰ ਇੰਕਰੀਜ਼ ਕੀਤੀ ਵੀ ਜਾਂਦੀ ਹੈ ਉਹਦੇ ਨਾਲ ਕੁਆਲਿਟੀ ਕਦੇ ਵੀ ਸਫਰ ਨਹੀਂ ਕਰੇਗੀ. ਇਸ ਦੇ ਵਿੱਚ ਇਹ ਡੀਮੈਰਿਟ ਸੀ ਨਾ Halsey ਪਲਾਨ ਦੇ ਵਿੱਚ ਕਿ ਕੁਆਲਿਟੀ ਹਮੇਸ਼ਾ ਸਫਰ ਕਰਦੀ ਹੈ, ਬਟ ਇਸ ਦੇ ਵਿੱਚ ਸਫਰ ਨਹੀਂ ਕਰੇਗੀ, ਠੀਕ ਹੈ ਜੀ. ਇਸ ਦੇ ਵਿੱਚ ਕੀ ਹੋਏਗਾ ਕਿ ਹਮੇਸ਼ਾ ਲੇਬਰ ਕਾਸਟ ਜਿਹੜੀ ਪਏਗੀ ਪਰ ਯੂਨਿਟ ਦੇ ਅਕੋਰਡਿੰਗਲੀ ਲੋ ਪਏਗੀ, ਠੀਕ ਹੈ. ਇਹਦੇ ਵਿੱਚ ਕੁਆਲਿਟੀ ਆਪਾਂ ਨੇ ਵੀ ਹੈਵ ਡਿਸਕਸਡ ਇਨ ਦ ਸੈਕਿੰਡ ਪੁਆਇੰਟ ਇਜ਼ ਆਲਸੋ ਦੈਟ ਇਜ਼ ਦ ਕੁਆਲਿਟੀ ਡਜ਼ ਨਾਟ ਗੈਟ ਰਿਡਿਊਸਡ ਬਾਈ ਦ ਵਰਕਰਸ. ਕਦੇ ਵੀ ਜਿਹੜੇ ਵਰਕਰਸ ਹੋਣਗੇ ਅਗਰ ਪ੍ਰੋਡਕਸ਼ਨ ਇੰਕਰੀਜ਼ ਕਰਨ ਦੀ ਕੋਸ਼ਿਸ਼ ਕਰਦੇ ਵੀ ਨਹੀਂ ਤਾਂ ਕਦੇ ਵੀ ਰਿਡਿਊਸ ਨਹੀਂ ਹੋਣਗੇ, ਠੀਕ ਹੈ ਜੀ. ਸੋ ਨੈਕਸਟ ਆ ਜਾਂਦਾ ਡੀਮੈਰਿਟਸ. ਡੀਮੈਰਿਟਸ ਦੇ ਵਿੱਚ ਆਪਾਂ ਕੀ ਪੜਾਂਗੇ, ਡੀਮੈਰਿਟਸ ਦੇ ਵਿੱਚ ਆ ਜਾਂਦਾ ਕਿ ਇਹ ਮੈਥਡ ਜਿਹੜਾ ਹੁੰਦਾ ਹੈ ਐਫੀਸ਼ੀਐਂਟ ਵਰਕਰਸ ਦੇ ਲਈ ਅਨਜਸਟ ਪ੍ਰੋਵਾਈਡ ਕਰਦਾ, ਠੀਕ ਹੈ. ਮਤਲਬ ਜਸਟਿਸ ਨਹੀਂ ਕਰਦਾ ਬਿਕੋਜ਼ ਬੋਨਸ ਜਿਹੜਾ ਹੁੰਦਾ ਹਮੇਸ਼ਾ ਡਿਕਰੀਜ਼ਿੰਗ ਫਾਰਮ ਦੇ ਵਿੱਚ ਪ੍ਰੋਵਾਈਡ ਕੀਤਾ ਜਾਂਦਾ, ਠੀਕ ਹੈ. ਦੇਖੋ ਹੁਣ ਇਸ ਮੈਥਡ ਦੇ ਵਿੱਚ ਆਪਾਂ ਦੇਖ ਹੀ ਲੈਂਦੇ ਹਾਂ ਕਿ ਟਾਈਮ ਨੂੰ ਅਗਰ ਅਸੀਂ ਰੇਟ ਪਰ ਆਰ ਦੇ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਇੱਥੇ ਕੀ ਕੀਤਾ ਅਸੀਂ ਨੇ ਜੋ ਸਟੈਂਡਰਡ ਟਾਈਮ ਸੀਗਾ ਉਹਨੂੰ ਅਸੀਂ ਨੇ ਮਾਈਨਸ ਕਰਤਾ, ਉਹਦੇ ਵਿੱਚੋਂ ਅਸੀਂ ਨੇ ਟਾਈਮ ਟੇਕਨ ਨੂੰ ਅਤੇ ਡਿਵਾਈਡ ਕਰਤਾ ਅਸੀਂ ਨੇ 10 ਦੇ ਨਾਲ, ਠੀਕ ਹੈ, ਜੋ ਸਾਡਾ ਸਟੈਂਡਰਡ ਟਾਈਮ ਪੀਰੀਅਡ ਸੀਗਾ. ਅਤੇ ਇਸ ਤੋਂ ਇਲਾਵਾ ਅਸੀਂ ਨੇ ਫਿਰ ਅਗੇਨ ਮਲਟੀਪਲਾਈ ਕੀਤਾ ਟਾਈਮ ਟੇਕਨ ਇਨਟੂ 2. ਤਾਂ ਇੱਥੇ ਅਗਰ ਅਸੀਂ ਡਿਵਾਈਡ ਨਾ ਕੀਤਾ ਹੁੰਦਾ ਤਾਂ ਦੈਨ ਅਸੀਂ ਜਾ ਕੇ ਕਹਿ ਸਕਦੇ ਸੀ ਕਿ ਜਿਹੜੇ ਸਾਡੇ ਐਫੀਸ਼ੀਐਂਟ ਵਰਕਰਸ ਹੋਣਗੇ ਉਹਨਾਂ ਨੂੰ ਪੇਮੈਂਟ ਜਿਹੜੀ ਉਹਦੀ ਮੈਕਸਿਮਮ ਫਾਰਮ 'ਚ ਮਿਲੇਗੀ. ਬਟ ਇੱਥੇ ਅਸੀਂ ਨੇ ਡਿਵਾਈਡ ਕਰਤਾ 10 ਦੇ ਨਾਲ, ਤਾਂ ਓਬਵੀਅਸ ਹੈ ਕਿ ਸਾਡੀ ਡਿਵੀਜ਼ਨ ਜਿਹੜੀ ਅਗਰ ਕਰਦੇ ਹਾਂ ਤਾਂ ਸਾਡੀ ਜਿਹੜੀ ਪੇਮੈਂਟ ਹੈ ਉਹ ਆਟੋਮੈਟਿਕਲੀ ਰਿਡਿਊਸ ਹੋ ਜਾਏਗੀ ਜੋ ਅਸੀਂ ਟੋਟਲ ਅਰਨਿੰਗਸ ਪ੍ਰੋਵਾਈਡ ਕਰਾਂਗੇ. ਸੋ ਇਹ ਮੈਥਡ ਜਿਹੜਾ ਹੁੰਦਾ ਐਫੀਸ਼ੀਐਂਟ ਵਰਕਰਸ ਨੂੰ ਕੀ ਕਰਦਾ ਅਨਜਸਟਿਸ ਪ੍ਰੋਵਾਈਡ ਕਰਦਾ. ਨੈਕਸਟ ਆ ਜਾਂਦਾ ਕਿ ਵੇਜਿਸ ਨੂੰ ਕੈਲਕੂਲੇਟ ਕਰਨਾ ਬਹੁਤ ਜ਼ਿਆਦਾ ਡਿਫਿਕਲਟ ਹੋ ਜਾਂਦਾ, ਠੀਕ ਹੈ. ਬੋਨਸ ਜਿਹੜਾ ਹੁੰਦਾ ਹਮੇਸ਼ਾ ਡਿਕਰੀਜ਼ਿੰਗ ਰੇਟ ਦੇ ਵਿੱਚ ਪ੍ਰੋਵਾਈਡ ਕੀਤਾ ਜਾਂਦਾ, ਠੀਕ ਹੈ.
ਬੋਨਸ ਜਿਹੜਾ ਹੋਏਗਾ ਡਿਕਰੀਜ਼ਿੰਗ ਫਾਰਮ ਦੇ ਵਿੱਚ ਪ੍ਰੋਵਾਈਡ ਕੀਤਾ ਜਾਏਗਾ। ਦਿਸ ਇਜ਼ ਦਾ ਡੀਮੈਰਿਟ ਆਫ ਦਾ ਰੋਬਨ ਪਲਾਨ। ਨਾਓ ਨੈਕਸਟ ਇਜ਼ ਦਾ ਇਮਰਸ਼ਨ ਪਲਾਨ। ਇਮਰਸ਼ਨ ਪਲਾਨ ਦਾ ਜਿਹੜਾ ਮਤਲਬ ਮੈਥਡ ਹੈ, ਦਿਸ ਇਜ਼ ਆਲਸੋ ਦਾ ਪਾਰਟ ਆਫ ਦਾ ਇਨਸੈਂਟਿਵਸ, ਇੰਡੀਵਿਜੂਅਲ ਇੰਸੈਂਟਿਵ, ਫਾਈਨੈਂਸ਼ੀਅਲ ਇੰਸੈਂਟਿਵਸ। ਇਸ ਦੇ ਵਿੱਚ ਕੀ ਸੀਗਾ ਰਾਜੇ, ਇਮਰਸ਼ਨ ਇਜ਼ ਐਨ ਐਸੋਸੀਏਟ ਆਫ ਦਾ FW ਟੇਲਰ। ਠੀਕ ਹੈ ਜੀ, ਇਹ ਵੀ ਜਿਹੜਾ ਇਮਰਸ਼ਨ ਪਲਾਨ ਹੈ ਇਹ ਵੀ ਆਪਾਂ ਕਹਾਂਗੇ ਕਿ ਜਿਹੜਾ FW ਟੇਲਰ ਹੈ ਉਹਨਾਂ ਦੇ ਐਸੋਸੀਏਟ ਸੀਗੇ। ਠੀਕ ਹੈ, ਉਹਨਾਂ ਦੁਆਰਾ ਹੀ ਪ੍ਰੋਵਾਈਡ ਕੀਤਾ ਗਿਆ ਸੀਗਾ। ਇਸ ਦੇ ਵਿੱਚ ਵੀ ਕੀ ਹੁੰਦਾ ਹੈ ਕਿ ਮਿਨੀਮਮ ਵੇਜਿਸ ਜਿਹੜੀਆਂ ਹੁੰਦੀਆਂ ਉਹਨਾਂ ਦੀ ਗਰੰਟੀ ਜ਼ਰੂਰ ਪ੍ਰੋਵਾਈਡ ਕੀਤੀ ਜਾਂਦੀ ਹੈ ਆਪਣੇ ਜਿਹੜੇ ਵਰਕਰਸ ਹੋਣਗੇ। ਇਸ ਦੇ ਵਿੱਚ ਕੀ ਹੋਊਗਾ ਕਿ ਸਟੈਂਡਰਡ ਆਊਟਪੁੱਟ ਫਿਕਸ ਕੀਤੀ ਜਾਏਗੀ ਫॉर ਡਿਟਰਮਿਨਿੰਗ ਦਾ ਐਫੀਸ਼ੀਐਂਸੀ ਆਫ ਦਾ ਵਰਕਰਸ। ਠੀਕ ਹੈ, ਜਿੱਥੇ ਆਪਾਂ ਨੇ ਮਤਲਬ ਗੱਲ ਕੀਤੀ ਸੀਗੀ ਕਿ ਬੋਨਸ ਜਦੋਂ ਕੈਲਕੂਲੇਸ਼ਨ ਕੀਤੀ ਜਾਂਦੀ ਸੀ ਤੇ ਡਿਕਰੀਜ਼ਿੰਗ ਡੇਟ ਪ੍ਰੋਵਾਈਡ ਕੀਤਾ ਜਾਂਦਾ ਸੀਗਾ ਬੋਨਸ ਦਾ। ਠੀਕ ਹੈ, ਇੱਥੇ ਕੀ ਹੁੰਦਾ ਸੀਗਾ ਕਿ ਜਿਹੜਾ ਮਤਲਬ ਅਰਨਿੰਗਸ ਹੁੰਦੀਆਂ ਸੀ ਉਹ 50% ਦੇ ਅਕੋਰਡਿੰਗਲੀ ਕੀ ਹੋ ਜਾਂਦੀ ਸੀ, ਰਿਡਿਊਸ ਹੋ ਜਾਂਦੀਆਂ ਸੀਗੀਆਂ। ਠੀਕ ਹੈ ਜੀ, ਬਟ ਇੱਥੇ ਕੀ ਹੋਊਗਾ ਕਿ ਅਸੀਂ ਸਟੈਂਡਰਡ ਆਊਟਪੁੱਟ ਜਿਹੜਾ ਹੋਏਗਾ ਫਿਕਸ ਕਰ ਲਾਂਗੇ ਜਦੋਂ ਵੀ ਅਸੀਂ ਐਫੀਸ਼ੀਐਂਸੀ ਦੀ ਗੱਲ ਕਰਦੇ ਹਾਂ। ਠੀਕ ਹੈ, ਸੋ ਬੋਨਸ ਜਿਹੜਾ ਡਿਟਰਮਿਨ ਕੀਤਾ ਜਾਊਗਾ ਇੱਕ ਪ੍ਰੋਪਰ ਸੀਕੁਐਂਸ ਸਾਨੂੰ ਦਿੱਤਾ ਹੋਇਆ ਕਿ ਐਫੀਸ਼ੀਐਂਸੀ ਅਗਰ ਵਰਕਰ ਦੀ ਇੱਕ ਪ੍ਰੋਪਰ ਪਰਸੈਂਟੇਜ ਫਾਰਮ 'ਚ ਅਸੀਂ ਡਿਟਰਮਿਨ ਕਰ ਲਾਂਗੇ ਅਤੇ ਉਸਦੇ ਅਕੋਰਡਿੰਗਲੀ ਬੋਨਸ ਜਿਹੜਾ ਹੋਏਗਾ ਪ੍ਰੋਵਾਈਡ ਕੀਤਾ ਜਾਏਗਾ। ਠੀਕ ਹੈ, ਇੱਕ ਇਹ ਫਾਰਮੂਲਾ ਦਿੱਤਾ ਹੋਇਆ, ਉਸਦੇ ਅਕੋਰਡਿੰਗਲੀ ਅਸੀਂ ਬੋਨਸ ਜਿਹੜਾ ਹੋਏਗਾ ਪ੍ਰੋਵਾਈਡ ਕਰਾਂਗੇ। ਅਗਰ ਸਾਡੀ ਐਫੀਸ਼ੀਐਂਸੀ 2/3% ਹੁੰਦੀ ਹੈ ਤਾਂ ਬੋਨਸ ਜਿਹੜਾ ਕੋਈ ਵੀ ਨਹੀਂ ਪ੍ਰੋਵਾਈਡ ਕੀਤਾ ਜਾਏਗਾ, ਨਿਲ ਪ੍ਰੋਵਾਈਡ ਕੀਤਾ ਜਾਏਗਾ। ਠੀਕ ਹੈ ਜੀ, ਅਗਰ 80% ਤੱਕ ਐਫੀਸ਼ੀਐਂਸੀ ਪ੍ਰੋਵਾਈਡ ਕਰਦੇ ਨੇ ਉਹ, ਠੀਕ ਹੈ, ਐਫੀਸ਼ੀਐਂਟ ਮਤਲਬ ਜੋ ਅਸੀਂ ਸਟੈਂਡਰਡ ਆਊਟਪੁੱਟ ਦਿੱਤੀ ਹੈ, ਠੀਕ ਹੈ, ਫਿਕਸ ਕੀਤੀ ਹੈ, ਉਸ ਤੋਂ ਅਗਰ ਉਹ ਸਪੋਜ਼ ਮੈਂ 200 ਯੂਨਿਟਸ ਰੱਖਦੀ ਹਾਂ। ਠੀਕ ਹੈ ਜੀ, ਅਗਰ 200 ਯੂਨਿਟਸ ਦਾ 80% ਕਰਦੇ ਨੇ ਉਹ, ਯਾਨੀ ਕਿ 160 ਕਰ ਰਹੇ ਨੇ। ਠੀਕ ਹੈ ਜੀ, ਤਾਂ 160 ਯੂਨਿਟਸ ਅਗਰ ਪ੍ਰੋਡਿਊਸ ਕਰਦੇ ਨੇ ਉਹ ਟਾਈਮ ਪੀਰੀਅਡ, ਸਪੋਜ਼ ਟਾਈਮ ਪੀਰੀਅਡ ਅਸੀਂ ਰੱਖਤਾ, ਫਿਕਸ ਕਰਤਾ ਕਿ ਉਹ 4 ਆਵਰਸ ਕਰਨਗੇ। ਠੀਕ ਹੈ ਜੀ, ਤਾਂ 4 ਆਵਰਸ ਦੇ ਵਿੱਚ ਅਗਰ ਉਹ ਮਤਲਬ 160 ਕਰ ਰਹੇ ਨੇ ਪ੍ਰੋਡਕਸ਼ਨ ਜਿਹੜੀ ਯੂਨਿਟਸ ਦੀ, ਤਾਂ ਅਸੀਂ ਕੀ ਕਰਾਂਗੇ, ਬੋਨਸ 4% ਪ੍ਰੋਵਾਈਡ ਕਰਾਂਗੇ। ਠੀਕ ਹੈ ਜੀ, ਅਗਰ ਅਗੇਨ 200 ਯੂਨਿਟਸ ਦਾ ਅਸੀਂ 90% ਕੈਲਕੂਲੇਟ ਕਰਨਾ ਹੋਵੇ ਪਰਸੈਂਟੇਜ, 180 ਯੂਨਿਟਸ। ਠੀਕ ਹੈ ਜੀ, ਤਾਂ 180 ਯੂਨਿਟਸ ਕਰ ਰਹੇ ਨੇ ਤਾਂ ਅਸੀਂ ਕਿੰਨਾ ਪੇਮੈਂਟ ਕਰਾਂਗੇ, ਬੋਨਸ 10%। ਅਗੇਨ 100% ਕਰਦੇ ਨੇ ਜੀ, ਅਗਰ 200 ਦਾ 200 ਯੂਨਿਟਸ ਹੀ ਪ੍ਰੋਡਕਸ਼ਨ ਕਰਤੀ ਉਹਨਾਂ ਨੇ ਤਾਂ ਅਸੀਂ ਕੀ ਕਰਾਂਗੇ ਜੀ, 20 ਕਰਾਂਗੇ, 20% ਕਰਾਂਗੇ। ਇਹ ਟਾਈਮ ਪੀਰੀਅਡ ਵੀ ਹਮੇਸ਼ਾ ਧਿਆਨ 'ਚ ਰੱਖਾਂਗੇ ਅਸੀਂ। ਠੀਕ ਹੈ ਜੀ, ਜਦੋਂ ਅਸੀਂ ਪੇਮੈਂਟ ਕਰਾਂਗੇ, ਪੇਮੈਂਟ ਮਤਲਬ 4 ਆਵਰਸ ਦਾ ਧਿਆਨ ਰੱਖਾਂਗੇ ਅਸੀਂ ਕਿ 4 ਆਵਰਸ ਦੇ ਵਿੱਚ ਉਹਨੇ 180 ਯੂਨਿਟਸ ਪ੍ਰੋਡਿਊਸ ਕੀਤੇ। ਠੀਕ ਹੈ ਜੀ, ਐਂਡ 4 ਆਵਰਸ ਦੇ ਵਿੱਚ ਹੀ ਉਹਨੇ ਕਿੰਨੇ ਯੂਨਿਟਸ ਪ੍ਰੋਡਿਊਸ ਕੀਤੀਆਂ, 200 ਯੂਨਿਟਸ ਪ੍ਰੋਡਿਊਸ ਕੀਤੀਆਂ। ਅਗਰ ਉਹ 4 ਆਵਰਸ ਦੇ ਵਿੱਚ, ਠੀਕ ਹੈ ਜੀ, ਮਤਲਬ 200 ਤੋਂ ਅਬਵ ਕਰ ਦਿੰਦਾ, ਠੀਕ ਹੈ, ਤਾਂ ਅਸੀਂ ਮਤਲਬ 200 ਦਾ ਅਸੀਂ 110% ਕਰਕੇ ਦੇਖਾਂਗੇ। $220 ਯੂਨਿਟਸ। ਠੀਕ ਹੈ ਜੀ, 220 ਯੂਨਿਟਸ ਅਗਰ ਉਹ 4 ਆਵਰਸ ਦੇ ਵਿੱਚ ਕਰਦਾ ਹੈ ਤਾਂ ਓਬਵੀਅਸ ਹੈ ਕਿ 30% ਅਸੀਂ ਬੋਨਸ ਜਿਹੜਾ ਹੋਊਗਾ ਉਹਨੂੰ ਪ੍ਰੋਵਾਈਡ ਕਰਾਂਗੇ। ਸੋ ਦਿਸ ਇਜ਼ ਦਾ ਮਤਲਬ ਵੇ ਹਾਊ ਵੀ ਕੈਨ ਪੇ ਦਾ ਬੋਨਸ ਟੂ ਦਾ ਐਫੀਸ਼ੀਐਂਟ ਵਰਕਰਸ। ਠੀਕ ਹੈ ਜੀ, ਐਫੀਸ਼ੀਐਂਸੀ ਜਿਹੜੀ ਹੋਏਗੀ ਅਸੀਂ ਇੱਕ ਪ੍ਰੋਪਰ ਸਟੈਂਡਰਡ ਮਤਲਬ ਆਊਟਪੁੱਟ ਫਿਕਸ ਕਰ ਦਾਂਗੇ, ਉਸਦੇ ਬੇਸਿਸ 'ਤੇ ਹੀ ਜਿਹੜਾ ਬੋਨਸ ਜਿਹੜਾ ਹੋਏਗਾ ਪ੍ਰੋਵਾਈਡ ਕਰਾਂਗੇ। ਇਹ ਆ ਜਾਂਦੇ ਨੇ ਜੀ ਇਹਦੇ ਫੀਚਰਸ ਦੇ ਵਿੱਚ ਫਸਟ ਆ ਜਾਏਗਾ ਕਿ ਇਹ ਸਭ ਤੋਂ ਜ਼ਿਆਦਾ ਈਜ਼ੀ ਅਤੇ ਸਿੰਪਲ ਮੈਥਡ ਹੁੰਦਾ ਹੈ ਕੈਲਕੂਲੇਟ ਕਰਨ ਦਾ ਬੋਨਸ ਨੂੰ। ਇਸ ਦੇ ਵਿੱਚ ਕੀ ਹੁੰਦਾ ਕਿ ਇਨਸੈਂਟਿਵਸ ਜਿਹੜੇ ਹੋਣਗੇ ਬਿਗਨਰਸ ਨੂੰ ਵੀ ਪ੍ਰੋਵਾਈਡ ਕੀਤੇ ਜਾਂਦੇ ਨੇ ਅਤੇ ਲੈਸ ਐਫੀਸ਼ੀਐਂਟ ਜਿਹੜੇ ਪਰਸਨਸ ਹੋਣਗੇ ਉਹਨਾਂ ਨੂੰ ਵੀ ਪ੍ਰੋਵਾਈਡ ਕੀਤੇ ਜਾਣਗੇ। ਇਹਦੇ ਵਿੱਚ ਵੀ ਹਮੇਸ਼ਾ ਮਤਲਬ ਵੇਜਿਸ ਜਿਹੜੇ ਮਿਨੀਮਮ ਗਰੰਟੀ ਮਤਲਬ ਪ੍ਰੋਵਾਈਡ ਕੀਤੀ ਜਾਂਦੀ ਹੈ ਕਿ ਮਿਨੀਮਮ ਪੇਮੈਂਟ ਤਾਂ ਹੋਏਗੀ ਤੁਹਾਨੂੰ। ਜਿਹੜਾ ਬੋਨਸ ਰੇਟ ਹੁੰਦਾ ਹੈ ਆਟੋਮੈਟਿਕਲੀ ਇੰਕਰੀਜ਼ ਕਰਦਾ ਜਦੋਂ ਵੀ ਐਫੀਸ਼ੀਐਂਸੀ ਜਿਹੜੀ ਹੁੰਦੀ ਹੈ ਇੰਕਰੀਜ਼ ਕਰਦੀ ਹੈ। ਠੀਕ ਹੈ ਜੀ, ਤਾਂ ਇਹਦੇ ਵਿੱਚ ਕੀ ਹੁੰਦਾ ਕਿ ਐਫੀਸ਼ੀਐਂਸੀ ਜਿਹੜੇ ਮਤਲਬ ਵਰਕਰ ਹੋਣਗੇ ਉਹਨਾਂ ਨੂੰ ਰਿਵਾਰਡ ਕੀਤਾ ਜਾਂਦਾ, ਜਿਹੜੇ ਮਤਲਬ ਅੱਛੇ ਕੰਮ ਕਰਦੇ ਨੇ ਉਹਨਾਂ ਦਾ ਅੱਛੇ ਤਰੀਕੇ ਨਾਲ ਬੋਨਸ ਜਿਹੜੇ ਹੋਣਗੇ ਉਹਨਾਂ ਨੂੰ ਮੈਕਸਿਮਮ ਪ੍ਰੋਵਾਈਡ ਕੀਤੇ ਜਾਣਗੇ। ਨੈਕਸਟ ਆ ਜਾਂਦਾ ਮੈਰਿਟਸ, ਈਜ਼ਲੀ ਅੰਡਰਸਟੈਂਡੇਬਲ ਹੈ। ਠੀਕ ਹੈ ਜੀ, ਸਿਕਿਉਰਿਟੀ ਪ੍ਰੋਵਾਈਡ ਕਰਦਾ ਮਿਨੀਮਮ ਵੇਜਿਸ ਦੀ। ਨੈਕਸਟ ਆ ਜਾਂਦਾ ਜੀ ਜਿਹੜੇ ਆਪਣੇ ਨਿਊ ਵਰਕਰਸ ਹੋਣਗੇ ਜਾਂ ਲੈਸ ਐਫੀਸ਼ੀਐਂਟ ਵਰਕਰਸ ਹੋਣਗੇ ਸਭ ਨੂੰ ਹੀ ਇਨਸੈਂਟਿਵਸ ਦਿੱਤੇ ਜਾਂਦੇ ਨੇ। ਰੇਟ ਆਫ ਬੋਨਸ ਜਿਹੜਾ ਹੁੰਦਾ ਆਟੋਮੈਟਿਕਲੀ ਇੰਕਰੀਜ਼ ਕਰਦਾ। ਠੀਕ ਹੈ, ਆਪਾਂ ਨੇ ਇਹ ਡਿਸਕਸ ਕੀਤਾ ਇਸ ਮੈਥਡ ਦੇ ਵਿੱਚ ਵੀ। ਠੀਕ ਹੈ ਜੀ, ਡੀਮੈਰਿਟਸ ਦੇ ਵਿੱਚ ਕੀ ਆ ਜਾਏਗਾ, ਸਟੈਂਡਰਡਸ ਹਮੇਸ਼ਾ ਜ਼ਿਆਦਾ ਸੈੱਟ ਕੀਤੇ ਜਾਂਦੇ ਨੇ। ਉਹਨਾਂ ਤਾਂ ਹਮੇਸ਼ਾ ਕਦੇ ਵੀ ਵਰਕਰਸ ਜਿਹੜੇ ਹੁੰਦੇ ਨੇ ਅਰਨ ਹੀ ਨਹੀਂ ਕਰ ਸਕਦੇ ਜਾਂ ਪ੍ਰੋਡਕਸ਼ਨ ਕਰ ਹੀ ਨਹੀਂ ਸਕਦੇ। ਬੈਨੀਫਿਟਸ ਜਿਹੜੇ ਹੁੰਦੇ ਨੇ ਜ਼ਿਆਦਾਤਰ ਨੋਮੀਨਲ ਹੁੰਦੇ ਨੇ, ਮਤਲਬ ਇੰਨੇ ਜ਼ਿਆਦਾ ਬੈਨੀਫਿਟਸ ਨਹੀਂ ਹੁੰਦੇ ਜਿੰਨੇ ਉਹਨਾਂ ਨੂੰ ਪੇਮੈਂਟ ਮਤਲਬ ਜਿਵੇਂ ਆਪਾਂ ਕਹਿ ਦਈਏ ਕਿ ਜਿੰਨੇ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਹੈ। ਠੀਕ ਹੈ ਜੀ,
ਹੋਰ ਕੀ ਡੀਮੈਰਿਟ ਆ ਜਾਂਦਾ ਹੈ ਕਿ ਇਹਦੇ ਵਿੱਚ ਕਲੈਰੀਕਲ ਜਿਹੜਾ ਵਰਕ ਹੁੰਦਾ ਜ਼ਿਆਦਾ ਇੰਕਰੀਜ਼ ਕਰ ਜਾਂਦਾ ਹੈ। ਹਰ ਇੱਕ ਪਰਸਨ ਦੀ ਮਤਲਬ ਇੱਕ ਪ੍ਰੋਪਰ ਰਿਕਾਰਡ ਰੱਖਣਾ, ਕਿੰਨਾ ਉਹਨੇ ਐਫੀਸ਼ੀਐਂਸੀ ਪ੍ਰੋਵਾਈਡ ਕੀਤੀ ਹੈ, ਕਿੰਨੀ ਉਹਨੇ ਯੂਨਿਟਸ ਪ੍ਰੋਡਿਊਸ ਕੀਤੀਆਂ ਨੇ, ਉਹ ਬਹੁਤ ਡਿਫੀਕਲਟ ਹੋ ਜਾਂਦਾ ਹੈ। ਠੀਕ ਹੈ, ਸੋ ਕਲੈਰੀਕਲ ਵਰਕ ਜਿਹੜਾ ਹੋਏਗਾ ਆਟੋਮੈਟਿਕਲੀ ਇੰਕਰੀਜ਼ ਕਰ ਜਾਂਦਾ ਹੈ। ਥੈਂਕ ਯੂ।